ਭੋਗ ਤੁਖਾਰ ਨ ਵਿਆਪੇ, ਕੰਠ ਮਿਲਿਆ ਹਰਨਾ। ਮਨ ਬੇਧਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸਾ। ਓਟ ਗੋਬਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾ। ਵਿਖਿਆ ਪੋ ਨ ਸਕੇ, ਮਿਲ ਸਾਧੂ ਗੁਣ ਗਾ। ਜਹ ਤੇ ਉਪਜੇ ਤੈ ਰਚੇ, ਸੱਚੇ ਪ੍ਰੀਤ ਸਮਾਉ। ਕਰ ਕਹਿ ਲੀਨੀ ਪਾਰ ਬ੍ਰਹਮ, ਬਹੁੜ ਨ ਵਿਛੁੜਿਆ। ਬਾਰ ਜਾਉ ਲਖ ਬੇਰੀਆ, ਹਰ ਸੱਜਣ ਅਗਮ ਅਗਾ। ਸ਼ਰਨ ਪਈ ਨਾਰਾਇਣ, ਨਾਨਕ ਦਰ ਪਈਆ। ਭੋਗ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਬੇਪਰਵਾਹ। ਭੋਗ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਬੇਪਰਵਾਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੇ ਸਤਸੰਗੀ ਜਨੋ, ਵੱਡਿਆਂ ਭਾਗਾਂ ਵਾਲੇ ਹੋ। ਗੁਰਦੇਵ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਆਪ ਜੀਆਂ ਨੇ ਰੱਬੀ ਬਾਣੀ ਦਾ ਕੀਰਤਨ ਉਪਰੰਤ ਅੱਜ ਪੋਹ ਮਹੀਨੇ ਦੀ ਆਰੰਭਤਾ ਹੈ। ਮਨੋਬਿਰਤੀਆਂ ਨੂੰ ਇਕਾਗਰ ਕਰਦਿਆਂ ਬੜੇ ਅਦਬ ਪਿਆਰ ਨਾਲ ਫਤਿਹ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਜੋ 12 ਮਹਾ ਮਾਜ ਰਾਗ ਅੰਦਰ 12 ਮਹੀਨੇ ਦੇ ਅੰਦਰ ਜੋ ਗੁਰੂ ਪਾਤਸ਼ਾਹ ਨੇ ਪੋਹ ਦੇ ਮਹੀਨੇ ਦੇ ਅੰਦਰ ਉਪਦੇਸ਼ ਬਖਸ਼ਿਆ ਹੈ। ਗੁਰੂ ਪਾਤਸ਼ਾਹ ਆਖਦੇ ਨੇ ਕਿ ਪੋਖ ਤੁਖਾਰ ਨਾ ਵਿਆਪੇ, ਕੰਠ ਮਿਲਿਆ ਹਰਨਾ। ਸਤਿਗੁਰ ਆਖਦੇ ਨੇ ਕਿ ਪੋਖ ਤੋਂ ਭਾਵ ਪੋਹ ਦੇ ਮਹੀਨੇ ਵਿੱਚ, ਕਿਉਂਕਿ ਪੋਖ ਦੇ ਖੱਖੇ ਨੂੰ ਸਿਹਾਰੀ ਹੈ ਤੇ ਪੋਹ ਦੇ ਮਹੀਨੇ ਵਿੱਚ ਤੁਖਾਰ ਕਿਹਾ ਜਾਂਦਾ ਹੈ ਬਰਫ਼ ਜਾਂ ਕੱਕਰ ਨੂੰ। ਨਾ ਵਿਆਪੇ, ਨਹੀਂ ਵਿਆਪਦੀ, ਉਹਨਾਂ ਦੇ ਉੱਪਰ ਨਹੀਂ ਅਸਰ ਕਰਦੀ। ਕੰਠ ਮਿਲਿਆ ਹਰਨਾਹ, ਜਿਨ੍ਹਾਂ ਦੇ ਕੰਠ ਦੇ ਨਾਲ, ਜਿਨ੍ਹਾਂ ਦੇ ਗਲੇ ਦੇ ਨਾਲ ਨਾਹ ਤੋਂ ਭਾਵ ਖਸਮ ਪਰਮਾਤਮਾ ਵਾਹਿਗੁਰੂ ਮਿਲ ਪਿਆ। ਜਿਨ੍ਹਾਂ ਦੇ ਗਲ ਦੇ ਨਾਲ ਵਾਹਿਗੁਰੂ ਲੱਗ ਗਿਆ। ਸਤਿਗੁਰ ਆਖਦੇ ਨੇ ਕਿ ਪੋਹ ਦੇ ਮਹੀਨੇ ਅੰਦਰ ਬਰਫ਼ ਕੱਕਰ ਵੀ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦੀ। ਤੇ ਸਾਧ ਸੰਗਤ, ਮੌਸਮ ਦੇ ਬਦਲਣ ਦੇ ਨਾਲ ਬਰਫ਼ ਦਾ, ਠੰਡ ਦਾ, ਹਰ ਇੱਕ ਚੀਜ਼ ਦੇ ਉੱਪਰ ਪ੍ਰਭਾਵ ਪੈਂਦਾ ਹੈ। ਕਿਉਂਕਿ ਇਹ ਬਾਹਰ ਦੀ ਰੁੱਤ ਦੀ ਗੱਲ ਹੈ, ਪਰ ਗੁਰਦੇਵ ਪਾਤਸ਼ਾਹ ਨੇ ਬਾਹਰ ਦੀ ਰੁੱਤ ਨੇ ਅੰਦਰੂਨੀ ਅੰਦਰ ਦੇ ਬਦਲਾਵ ਦੀ ਗੱਲ ਕੀਤੀ ਹੈ। ਮੇਰੇ ਮਾਲਕ ਨੇ ਰਹਿਮਤ ਕੀਤੀ ਜਦੋਂ ਜੇਠ ਹਾੜ ਦਾ ਮਹੀਨਾ ਸੀ ਤੇ ਗੁਰਦੇਵ ਨੇ ਉਸ ਵੇਲੇ ਵੀ ਇਹ ਰਹਿਮਤ ਭਰੇ ਬਚਨ ਕਹੇ ਨੇ। ਮਹਾਰਾਜ ਆਖਦੇ ਨੇ ਕਿ ਆਸਾੜ ਤਪੰਦਾ ਤਿਸ ਲੱਗੈ ਹਰਨਾਹ ਨਾ ਜਿਨਾ ਪਾਸ। ਹਾੜ ਦੇ ਮਹੀਨੇ ਅੰਦਰ ਅਤ ਦੀ ਤਪਸ਼ ਹੈ, ਪਰ ਉਹਨਾਂ ਵਾਸਤੇ ਤਪਦਾ ਹੋਇਆ ਨਹੀਂ ਹੈ ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਦਾ ਨਾਮ ਹੈ, ਪਰਮਾਤਮਾ ਦੀ ਸਿਫਤ ਸਲਾਹ ਹੈ। ਕਿਉਂਕਿ ਬਾਹਰ ਦੇ ਅਸੀਂ ਬੜੇ ਯਤਨ ਕੀਤੇ ਹੋਏ ਨੇ, ਭਾਵੇਂ ਗਰਮੀ ਹੈ ਤੇ ਭਾਵੇਂ ਸਰਦੀ ਹੈ। ਗਰਮੀਆਂ ਅੰਦਰ ਅਸੀਂ ਏਸੀਆਂ ਦਾ ਪ੍ਰਬੰਧ ਕੀਤਾ ਹੋਇਆ ਹੈ ਕਿ ਬਾਹਰ ਦੇ ਸਰੀਰ ਨੂੰ ਤਪਸ਼ ਨਾ ਲੱਗੇ, ਹੋਰ ਬੜੇ ਇੰਤਜ਼ਾਮ ਕੀਤੇ ਹੋਏ ਨੇ। ਇਸੇ ਤਰ੍ਹਾਂ ਪੋਹ ਦੇ ਮਹੀਨੇ ਅੰਦਰ ਜਦੋਂ ਅੱਤ ਦੀ ਸਰਦੀ ਹੈ, ਅਸੀਂ ਗਰਮ ਕੱਪੜਿਆਂ ਦਾ ਪ੍ਰਬੰਧ ਕੀਤਾ ਹੋਇਆ ਹੈ, ਗਰਮ ਹੀਟਰਾਂ ਦਾ ਘਰ ਦੇ ਪ੍ਰਬੰਧ ਕੀਤਾ ਹੋਇਆ ਹੈ ਕਿ ਇਸ ਢੰਗ ਦੇ ਨਾਲ ਬਾਹਰ ਦੀ ਠੰਡ ਜਿਹੜੀ ਹੈ ਮੌਸਮ ਦੀ, ਉਸ ਨੂੰ ਰੁਕਾਵਟ ਲਗਾਈ ਜਾਏ, ਉਸ ਨੂੰ ਬੰਦ ਕੀਤਾ ਜਾਏ।
ਤੇ ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਪੋਖ ਤੁਖਾਰ ਨਾ ਵਿਆਪੇ, ਪੋਹ ਦੇ ਮਹੀਨੇ ਅੰਦਰ ਤੁਖਾਰ ਬਰਫ਼ ਕੱਕਰ ਨਹੀਂ ਵਿਆਪਦੀ। ਕੰਠ ਮਿਲਿਆ ਹਰਨਾਹ, ਜਿਨ੍ਹਾਂ ਦੇ ਕੰਠ ਦੇ ਨਾਲ, ਜਿਨ੍ਹਾਂ ਦੇ ਗਲ ਦੇ ਨਾਲ ਹਰੀ ਪਰਮਾਤਮਾ ਲੱਗ ਗਿਆ। ਕਿਉਂਕਿ ਮੈਂ ਪਹਿਲਾਂ ਅਰਜ਼ ਕੀਤੀ ਹੈ ਕਿ ਬਰਫ਼ ਦੇ ਅੰਦਰ ਜਾਂ ਠੰਡ ਦੇ ਅੰਦਰ ਦੇਖੋ ਮਨੁੱਖਾਂ ਦੇ ਉੱਪਰ ਹੀ ਨਹੀਂ, ਜਦੋਂ ਅਸੀਂ ਪਸ਼ੂਆਂ ਦੇ ਉੱਪਰ ਦੇਖਦੇ ਹਾਂ ਤੇ ਸਿਆਣੇ ਲੋਕ ਇਹ ਆਖਦੇ ਨੇ ਕਿ ਸਰਦੀਆਂ ਦੇ ਦਿਨਾਂ ਅੰਦਰ ਪਸ਼ੂ ਦੁੱਧ ਤੋਂ ਘਟ ਜਾਂਦੇ ਨੇ, ਉਹ ਦੁੱਧ ਥੋੜਾ ਦੇਣਾ ਸ਼ੁਰੂ ਕਰ ਦਿੰਦੇ ਨੇ। ਬਰਫ਼ ਦਾ ਪ੍ਰਭਾਵ ਪਿਆ ਠੰਡ ਦਾ, ਵਨਸਪਤੀ ਦੇ ਅੰਦਰ ਉਹਨਾਂ ਦੇ ਅੰਦਰ ਕੁਮਲਾ ਜਾਂਦੀ ਹੈ, ਉਹਨਾਂ ਦੇ ਅੰਦਰ ਰਸ ਘਟ ਜਾਂਦਾ ਹੈ। ਬਾਹਰ ਮੁਖੀ ਦੇਖਾਂਗੇ ਤੇ ਪ੍ਰਭਾਵ ਪੈ ਰਿਹਾ, ਪਰ ਗੁਰਦੇਵ ਆਖਦੇ ਨੇ ਕਿ ਇੱਥੇ ਕਿਹੜਾ ਬਰਫ਼ ਰੂਪੀ ਕੱਕਰ ਹੈ, ਉਹ ਵਿਕਾਰਾਂ ਰੂਪੀ ਬਰਫ਼ ਕੱਕਰ ਹੈ। ਕਿ ਪੋਖ ਤੁਖਾਰ ਨਾ ਵਿਆਪੀ, ਪੋਹ ਦੇ ਮਹੀਨੇ ਅੰਦਰ ਵਿਕਾਰਾਂ ਰੂਪੀ ਕੱਕਰ ਉਹਨਾਂ ਦਾ ਕੁਝ ਨਹੀਂ ਵਿਗਾੜਦਾ। ਕੰਠ ਮਿਲਿਆ ਹਰਨਾ, ਜਿਨ੍ਹਾਂ ਦੇ ਕੰਠ ਦੇ ਨਾਲ, ਜਿਨ੍ਹਾਂ ਦੇ ਗਲ ਦੇ ਨਾਲ ਹਰੀ ਲੱਗ ਗਿਆ। ਤੇ ਗਲ ਲੱਗਣ ਤੋਂ ਭਾਵ ਹੈ ਜਿਨ੍ਹਾਂ ਦੇ ਹਿਰਦੇ ਅੰਦਰ ਵਸ ਗਿਆ, ਤੇ ਹਿਰਦੇ ਅੰਦਰ ਵਸਦਾ ਆਪਣੇ ਯਤਨਾਂ ਕਰਕੇ ਨਹੀਂ ਹੈ, ਰੱਬ ਦੀ ਮਿਹਰ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਆਪਣੇ ਯਤਨ ਤੇ ਮਨੁੱਖ ਨੇ ਬੜੇ ਕੀਤੇ ਨੇ, ਤਾਂ ਹੀ 12 ਮਾਹ ਦੀ ਆਰੰਭਤਾ ਦੇ ਅੰਦਰ ਗੁਰਦੇਵ ਨੇ ਇੱਕ ਬਚਨ ਕੀਤਾ, ਆਖਣ ਲੱਗੇ ਦਾਤਾ ਕਿਰਤ ਕਰਮ ਕੇ ਵਿਛੜੇ, ਅਸੀਂ ਜੀਵ ਆਪਣੇ ਕਰਮਾਂ ਕਰਕੇ ਤੇਰੇ ਤੋਂ ਵਿਛੜੇ ਹੋਏ ਹਾਂ। ਫਿਰ ਅਰਦਾਸ ਕੀਤੀ, ਕਰ ਕਿਰਪਾ ਮੇਲੋ ਰਾਮ, ਦਾਤਾ ਕਿਰਪਾ ਕਰਕੇ ਆਪਣੀ ਬਖਸ਼ਿਸ਼ ਕਰਕੇ ਆਪਣੇ ਚਰਨਾਂ ਨਾਲ ਮੇਲ ਲੈ। ਕਿਉਂਕਿ ਅਸੀਂ ਆਪਣੇ ਯਤਨਾਂ ਨਾਲ ਨਹੀਂ ਮਿਲ ਸਕਦੇ, ਤੇਰੀ ਮਿਹਰ ਨਾਲ ਮਿਲ ਸਕਦੇ ਹਾਂ। ਸਾਡੇ ਕੀਤੇ ਹੋਏ ਕਰਮ ਹੀ ਉਸ ਵੇਲੇ ਸਫਲੇ ਨੇ। ਕਬੀਰ ਸਾਹਿਬ ਦਾ ਇੱਕ ਬਚਨ ਆਪਣਾ ਸਾਂਝਾ ਕਰਾਂ। ਕਬੀਰ ਸਾਹਿਬ ਆਖਦੇ ਨੇ, ਕਬੀਰ ਮਹਿੰਦੀ ਕਰਕੇ ਘਾਲਿਆ, ਮਹਿੰਦੀ ਦੀ ਤਰ੍ਹਾਂ ਮੈਂ ਆਪਣੇ ਆਪ ਨੂੰ ਬੜਾ ਘਾਲਿਆ ਹੈ। ਆਪ ਨੂੰ ਪਤਾ ਹੈ ਕਿ ਜਦੋਂ ਮਹਿੰਦੀ ਦੇ ਪੱਤੇ ਤੋੜੇ ਜਾਂਦੇ ਨੇ, ਸੁਕਾਏ ਜਾਂਦੇ ਨੇ, ਸੁਕਾ ਕੇ ਫਿਰ ਅੱਜ ਤੇ ਮਸ਼ੀਨੀ ਯੁੱਗ ਹੈ, ਪਹਿਲੇ ਉਹਨਾਂ ਪੱਤਿਆਂ ਨੂੰ ਸੁਕਾ ਕੇ ਪੱਥਰ ਦੇ ਘਿਸਿਆ ਜਾਂਦਾ ਹੈ, ਫਿਰ ਜਾ ਕੇ ਕਿਸੇ ਦੇ ਤਨ ਦਾ ਉਹ ਸ਼ਿੰਗਾਰ ਬਣਦੇ ਨੇ। ਕੋਈ ਹੱਥਾਂ ਦੇ ਉੱਪਰ ਲਾਉਂਦਾ ਹੈ, ਕੋਈ ਪੈਰਾਂ ਦੇ ਉੱਪਰ ਲਾਉਂਦਾ ਹੈ, ਪਰ ਮਹਿੰਦੀ ਨੇ ਬੜੀ ਮਸ਼ੱਕਤ ਕੀਤੀ, ਬੜੀ ਘਾਲਣਾ ਘਾਲੀ ਗਈ ਮਹਿੰਦੀ ਦੇ ਨਾਲ। ਕਬੀਰ ਸਾਹਿਬ ਆਖਦੇ ਨੇ ਕਿ ਦਾਤਾ ਇਸੇ ਤਰ੍ਹਾਂ ਮਹਿੰਦੀ ਕਰਕੇ ਘਾਲਿਆ, ਮਹਿੰਦੀ ਦੀ ਤਰ੍ਹਾਂ ਬੜੀ ਘਾਲਣਾ ਕੀਤੀ ਹੈ। ਆਪ ਪਿਸਾਏ ਪਿਸਾਏ, ਫਿਰ ਅੱਗੇ ਆਖਦੇ ਨੇ ਕਿ ਤੈ ਸ਼ੈ ਬਾਤ ਨਾ ਪੁੱਛੀਆ, ਕਬੂ ਨਾ ਲਾਈ ਪਾਏ, ਪਰ ਸ਼ੈ ਨੇ ਖਸਮ ਨੇ ਮੇਰੀ ਉਹ ਸਾਰੀ ਮਿਹਨਤ ਨੂੰ ਨਹੀਂ ਸਵੀਕਾਰ ਕੀਤਾ, ਨਹੀਂ ਪ੍ਰਵਾਨ ਕੀਤਾ, ਆਪਣੇ ਪੈਰਾਂ ਦੇ ਚਲਾਇਆ ਨਹੀਂ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਫਿਰ ਅੱਗੇ ਰਹਿਮਤ ਕਰਦੇ ਨੇ, ਆਖਦੇ ਨੇ ਨਾਨਕ ਮਹਿੰਦੀ ਕਰਕੇ ਰੱਖਿਆ। ਮਹਿੰਦੀ ਦੀ ਤਰ੍ਹਾਂ ਬਣਾਉਣ ਵਾਲਾ ਵੀ ਉਹ ਪਰਮਾਤਮਾ ਹੀ ਹੈ, ਰੱਬ ਹੀ ਹੈ। ਉਸੇ ਨੇ ਉਹ ਫੁਰਨਾ ਪੈਦਾ ਕੀਤਾ ਹੈ, ਸੇਵਾ ਦਾ, ਸਿਮਰਨ ਦਾ, ਨਾਮ ਜਪਣ ਦਾ। ਇਹ ਰੱਬ ਦਾ ਪੈਦਾ ਕੀਤਾ ਫੁਰਨਾ ਹੈ, ਤੇਰੇ ਆਪਣੇ ਯਤਨ ਨਹੀਂ ਨੇ। ਨਾਨਕ ਮਹਿੰਦੀ ਕਰਕੇ ਰੱਖਿਆ, ਸੋ ਸ਼ੋ ਨਦਰ ਕਰੇ, ਆਪੇ ਪੀਸੈ ਆਪੇ ਘਸੈ, ਆਪੇ ਹੀ ਲਾਇ ਲੈ। ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤਾਂ ਦੇ। ਇਹ ਪ੍ਰੇਮ ਦਾ, ਬੰਦਗੀ ਦਾ, ਸਿਫਤ ਸਲਾਹ ਦਾ ਪਿਆਲਾ ਪਰਮਾਤਮਾ ਦਾ ਹੈ, ਜਿਸ ਦੀ ਝੋਲੀ ਦੇ ਵਿੱਚ ਪਾਉਂਦਾ ਹੈ ਉਸੇ ਨੂੰ ਮਿਲਦਾ ਹੈ। ਸੋ ਸਤਿਗੁਰੂ ਮਹਾਰਾਜ ਆਖਦੇ ਨੇ ਕਿ ਪੋਖ ਤੁਖਾਰ ਨਾ ਵਿਆਪੀ, ਪੋਹ ਦੇ ਮਹੀਨੇ ਅੰਦਰ ਉਹਨਾਂ ਨੂੰ ਵਿਕਾਰਾਂ ਰੂਪੀ ਕੱਕਰ ਕੁਝ ਨਹੀਂ ਵਿਗਾੜ ਸਕਦਾ, ਜੋ ਸੱਚ ਦੇ ਨਾਲ ਜੁੜੇ ਹੋਏ ਨੇ, ਜੋ ਸੱਚ ਦੇ ਉੱਪਰ ਖੜੇ ਨੇ। ਹੁਣ ਭਾਈ ਸਾਹਿਬ ਹੁਣੇ ਬੇਨਤੀ ਕਰਕੇ ਗਏ ਨੇ, ਇਹ ਪੋਹ ਦਾ ਮਹੀਨਾ, ਔਰ ਖਾਸ ਕਰਕੇ ਜੇ ਇੰਗਲਿਸ਼ ਮਹੀਨਿਆਂ ਦੀ ਗੱਲ ਕਰੀਏ ਤੇ ਦਸੰਬਰ ਦਾ ਮਹੀਨਾ ਜਿਹੜਾ ਹੈ, ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਸਾਰਾ ਪਰਿਵਾਰ ਜਿਹੜਾ ਹੈ ਇਸ ਮਹੀਨੇ ਅੰਦਰ ਸ਼ਹੀਦ ਹੋਇਆ। ਅਸੀਂ ਜਾਣਦੇ ਹਾਂ ਕਿ 19 ਤਰੀਕ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਸ਼ਹਾਦਤ ਦਾ ਦਿਨ ਹੈ, ਤੇ 19 ਤਰੀਕ ਹੀ ਨਹੀਂ, ਹੁਣ ਸੰਗਰਾਂਦ ਤੋਂ ਅਗਲੇ ਦਿਨ ਤੋਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੇ ਬੜੇ ਸਤਿਕਾਰਯੋਗ ਉਹ ਪਿਆਰੇ ਸਿੱਖ ਜਿਹੜੇ ਨੇ, ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ, ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕਰਨੀਆਂ ਨੇ। ਤੇ ਇਤਿਹਾਸ ਨੇ ਇਹ ਦਿਨ ਮੁਕਰਰ ਕੀਤੇ ਹੋਏ ਨੇ ਕਿ 21 ਦਿਨ ਤੋਂ ਲੈ ਕੇ ਤਕਰੀਬਨ 27 ਤਰੀਕ ਤੱਕ ਲਗਾਤਾਰ
शहादतां होईयां ने। भावें आनंदपुर साहब का किला छोड़न की गल होए, सरसा की गल होए, चमकौर की गल होए या सरहंद की गल होए, इन्हां दिनां अंदर अज भी कई थावां दे उपर मनुख धन गुरु कलगीधर पातशाह महाराज के शरधा के प्रेम दे विच ऊंचियां थावां दे उपर नहीं सौंदे, जमीनी बिस्तरा बिछा के सौंदे ने। एक भावना है, अंदरूनी प्यार है, इनू कर्म कांड वाल ना लैके जाइए। मैं तो कई बार ये अर्ज करता हाँ, साडे बजुर्ग ये गल कहा करते सन कि पोह के महीने विच कोई खुशी का प्रोग्राम ना रखा जाए। हाँ, हो सकता है कि वह गल समझाने दे विच असी लोगों को नहीं समझा सके भाई पोह के महीने अंदर ब्याह शादियां या शगन या खुशी के प्रोग्राम क्यों ना रखे जान। उसका कारण सी कि गुरु कलगीधर पातशाह महाराज का सारा परिवार जिहड़ा है इस पोह के महीने अंदर शहीद होया। सियाणे लोग तो अज भी खिड़खड़ा के हसते नहीं इस महीने के अंदर। ते दो उम्रां ने साध संगत जी, एक बजुर्गी की अवस्था, एक बचपन की अवस्था। ठंड का बड़ा प्रभाव पैंदा है। असी बच्चों को भी गर्म कपड़े पा पा के रखते हैं, बड़े संभाल के रखते हैं, ठंड ना लग जाए, क्योंकि पोह की लगी हुई ठंड बड़ी औखी होती है। बुजुर्गों को भी असी कई बारी बड़ा समझाते हैं, कई बारी प्यार से बुजुर्गों को कहते हैं कि घर तो बाहर ना जाओ, ठंड बड़ी है। क्योंकि दो उम्रां ने, एक बुजुर्गी एक बचपन, जो ठंड प्रभाव पैंदा है, जवानी विच नहीं। पर जो मैं देखदा धन गुरु कलगीधर पातशाह महाराज का परिवार, सतगुरु पातशाह जी की माता जी, माता गुजर कौर जी, ठंडे बुरज दे विच, जिस बुरज का नाम ही ठंडा बुरज होए तो वह सर्दियों वास्ते नहीं, वो गर्मियों वास्ते ठंडा बुरज सी। गर्मियां दे जो हवावां चलदियां सन ते वो बुरज ठंडी हवा दिया करता सी। तो तुसीं इमेजिन करके देखो, कदे तुहानूं समा मिले इन्हां दिनां दे विच उत्थे जाके देखो कितनी अत दी ठंड है। जो तुसीं घर तो बाहर निकलते हैं, ठंड दे विच घुमला जाते हैं, बड़े तन के उपर कपड़े पाते हैं। माता गुजर कौर जी वो बुजुर्गी दे विच ने, ते साहबजादे बाबा जोरावर सिंह, बाबा फतेह सिंह 7 साल ते 9 साल की अरबल है उन्होंने। ये दोवें उम्रां उस वेले ने जो पोह के महीने अंदर ये ठंड दे विच ने, पर सच लई खड़े रहे ने। ते देखो अज भी सच लई किसानां ने मोर्चा लाया है। मैं बार बार ये बेनती करता हाँ, वो सच लई ही पहरा दिता जा रहा है, सच लई ही पहरे दिते जा रहे ने। वो गल वखरी है कि उस सच की आवाज़ नूं बंद करने का यतन किया जा रहा है कि वो सच लोगों तक ना पहुँच जाए। मीडिया भी सच जिहड़ा है वो खामोशी दे नाल उहनूं दबाउण दा यतन कर रहा है। धन गुरु कलगीधर पातशाह महाराज दियां 14 जंगां सच लई सन, ना हिंदू लई ना मुसलमान लई, केवल सच लई। महाराज का सारा परिवार जिहड़ा शहीद होया वो सच लई शहीद होया है। क्योंकि ये तो घर ही वो है कि सच की बाणी सच सुनावे, कि सच की बाणी नानक आख्या सच सुनाए सी सच की बेला। सो सतगुरु महाराज आखते कि पोग तुखार ना व्यापी, पोह दे महीने अंदर बर्फ फक्कर उन्हां दा कुछ नहीं बिगाड़ सकती। कंठ मिलिया हरना जिन्हां दा हिरदा मालिक दे चरनां दे नाल मिलिया होया, जिन्हां दे गल दे विच जिन्हां दे हिरदे अंदर परमात्मा वस गया है। फिर अगली पंक्ति है, मन बेधिया चरनार बिंद, बेधिया तो पाउंदे विनिया गया। मन जिहड़ा है विंधिया गया, चरना प्लस अरबिंद, वाहिगुरु दे सोहणे चरना कमलों के नाल। भाव के जिन्हां दा मन वाहिगुरु दी सिफत सलाह दी बाणी दे नाल जुड़ गया, परमात्मा दे चरनां दे नाल मिल गया। दर्शन लगड़ा साह, इत्थे साहो नहीं पढ़ना, साह तो भाव है श्वास। महाराज आखदे ने कि दर्शन लगड़ा साह, उन्हां दा हर एक श्वास जिहड़ा है प्रभु दे दर्शनां दी तांग दे विच बणिया रहिंदा है। गुरु कलगीधर पातशाह महाराज अपनी बाणी अंदर ये बचन करते ने, आखते ने कि अब मैं अपनी कथा बखानो
तब साध जे विदम होए आनो, हेम कुंड पर्वत है जहां सप्त सनिंग शोभित है तहां। ताहम अधिक तपस्या साधी, महाकाल काल का आराधी। ए विद कर तपस्या भयो, द्वैत एक रूप होए गयो। अखीरियां पंक्तियां ने उस शब्द दियां। महाराज आखदे कि चित ना भयो हमरो आवन कै, चुभी रही श्रुत प्रभ चरणन में। तिन प्रभ जब आए समोह दिया, तब हम जन्म कलू मैं लिया। गुरुदेव आखदे मेरा चित नहीं सी करदा, क्योंकि मालिक दे चरनां दे नाल चित जुड़िया होया सी। ते की कलगीधर पातशाह संसार च आए, वो चित टुट गया, वो ध्यान वो सुरत खिंड गई नहीं। भावें धन गुरु कलगीधर पातशाह पटने की धरती उपर 5 साल गुजारे ने, सुरत तां भी नहीं टुटी। धन गुरु कलगीधर पातशाह आनंदपुर साहब आए ने, धन गुरु तेग बहादुर सच्चे पातशाह की शहादत होई, सुरत तां भी नहीं टुटी। भावें धन गुरु कलगीधर पातशाह पौंटी की धरती पर गए ने, भावें धन गुरु कलगीधर पातशाह चमकौर की जंग हुई है, सरहद दे विच साहिबजादे शहीद होए ने, ते भावें माछीवाड़े के जंगलों के विच भी ने, उत्थे भी ये बचन करते हैं कि मित्र प्यारे नूं हाल मुरीदां दा कहना। क्योंकि चित ते अजे भी जुड़िया होया है। मन बेदिया चरनार बिंद, दर्शन लगड़ा सा। हर एक साह दे नाल दर्शनां दी तांग है। बड़ा प्यारा वचन किया है भगत नामदेव जी ने अपनी बाणी अंदर। वो आखते ने कि मन राम नामा बेदी अले, जैसे कन कला चित मांडी अले। परमात्मा के नाम के नाल मेरा मन इस तरह जुड़िया होया जिवें सुनियारा अपने सोने का कारज करदियां होइयां भी उहदा ध्यान सोने दे विच है, पर आए हुए ग्राहकां दे नाल भी गल करदे ने। पूरा शब्द इस तरह है, वो आखते हैं कि आनीले कागद काटीले गुड्डी, आकाश मदे भरमी अले। पंच जना स्यों बात बतऊआ, चीज सो डोरी राखी अले। मन राम नामा बेदी अले, जैसे कन कला चित मांडी अले। आनीले कुम भराईले उदक राज, कुआर पुरंदरिये। हस्त विनोद विचार करती है, चीज सो गागर राखी अले। मंदिर एक द्वार 10 जाके गऊ चरावन छाड़ी अले। 5 कोस पर गऊ चरावत, चीज सो बछड़ा राखी अले। कहत नाम देव सिनो त्रिलोचन, बालक पालन पोडी अले। अंतर बाहर काज विरोधी, चीज सो बारिक राखी अले। एक मां घर की रसोई का सारा कार्य संभालती है, पर ध्यान उहदा अपने बच्चे दे विच है जो भंगूणे अंदर पिया होया। बच्चे ने आवाज की ने कि मां उस वेले सारा काम छोड़ के बच्चे वाल तुर पैंदी है। सतगुर आखदे ने कि मन राम नामा बेदी अले। इसे तरह तेरा मन जिहड़ा परमात्मा के नाम दे विच विन्हिया जाए, ध्यान तेरा परमात्मा के चरणों दे च होए। भट्टां ने बड़ा प्यारा वचन किया है। वो आखदे ने धन गुरु अमरदास सच्चे पातशाह, तै पढ़ियो एक मन धरियो एक, तू एक नूं पढ़िया है। अकाल पुरख वाहिगुरू ने मन धरियो एक कर एक पछाणियो। नैण बैण मूँह एक, तेरिया अखां दे विच तेरे बचनां दे तेरे मुख दे विच एक ही है। नैण बैण मूँह एक, एक दो ठाए ना जाणियो। सुपन एक प्रतख एक, तेनू सुपने भी एक दे आंदे ने। प्रतख भी तेनू एक नजर आंदा है सारी थावां दे उपर। सुपन एक प्रतख एक, एकस मैं लीणो। 30 एक अर 5 सिद्ध। 30 तू भाव 30 दिनां दे विच, ते 30 दिनां तू भाव सारे साल दे विच, सदियां दे विच सदा ही। अर 5 सिद्ध 5 तत्तां दे विच सारी सृष्टि दे विच। 35 ना खीणो। 35 तू भाव 35 अखरां दे विच भाव के सारी बाणी दे विच वो कदे तैनूं नाश होया नजर ही नहीं आया। जो मालिक अविनाशी है कि 30 अर 5 सिद्ध 35 ना खीणो। इको जे लाख लखों अलख है, एक तो ही ये लखां जी बने ने। इन्हां लखां दे चों वो अलख है, अदृश्य है, निर्लेप है। इको जे लाख लखों अलख है, एक एक कर वरणियो। गुर अमरदास जालपण है, तू एक लोड़ है एक मन्नियो। तू एक नूं ही लोड़दा है, एक नूं ही मनदा है। भाव के
तेरा ध्यान उस एक दे विच है कि मन बेदिया चरनार बिंद दर्शन लगड़ा सा। एक छोटी जी गल करके आप नाल अगे तुरा में, सिकंदर ने हिंदुस्तान के उपर हमला किया, अपने मन करके इस लुटिया भी। सिकंदर नूं तुरन वेले मां ने गल की, आखन लगी सिकंदर तू जितया होया तां मनिया जाना है जे हिंदुस्तान दे विचों कोई फकीर नाल अपने नाके लैके आए। सिकंदर ने तुरन वेले फिर जो सिंध के इलाके दे पहुंचे ना, जदों एक फकीर उत्थे रेगिस्तान के उपर मिट्टी के उपर लेटिया होया सी, आखन लगा ए फकीर तू मेरे नाल यूनान चल, तेनों मैं सारे दुनिया के सुख तेरी झोली दे पा देवांगा, कुछ नहीं करना, तू दरवेशां की तरह जिवें हिंदुस्तान के विचर रहे इसे तरह तू यूनान विचरी। वो कहन लगा तू कौन है? कहन लगा तू मैनू जानदा नहीं, मैं सिकंदर हाँ। कहन लगा तू की कहा है मैनू? कहन लगा मैं सारे दुनिया के सुख तेरी झोली दे पा देंगा। वो कहन लगा तू आप सुखी है? कहन लगा हाँ मेरे को दुनिया का सारा सुख है। कहन लगा जे तेरे को सारे सुख होंदे ना ते इन्हां लोकां दे कतल आम ना करदा तू, जितने लोकां दे कतले आम कीते ने, तेरा हाथ ते लोकां दे खून दे नाल भरिया होया है, तू मैनू की सुख देगा? जो रब दी अनायत, जो सूरज दियां किरणां मेरे को आ रही ने, उन्हां राह दे रोड़ा ना बन, एक पासे हो जा। यह है बेपरवाही मालिक दे चरनां दे नाल जिहड़े लीन होए ने। सतगुर आखदे ने मन बेदिया चरनार बिंद दर्शन लगड़ा साह, ओट गोविंद गोपाल राय। उन्हां दे जीवन दे पातशाह आखदे ने कि केवल एक ओट मालिक दी है, ओट गोविंद गोपाल राय सेवा स्वामी लाह, ते परमात्मा दी सेवा दा लाहा प्राप्त करदे ने सिमरन राही। परमात्मा दे नाम नूं जप के जो ये मनुखी जन्म मिलिया है इसनूं सफला करदे ने। उन्हां दा ही जीवन संसार दे सफला है जिन्हां ने केवल एक मालिक दी ओट लई है कि ओट गोविंद गोपाल लाए सेवा स्वामी ला, विख्या पो ना सके। विख्या तो भाव माया भी उन्होंने पो नहीं सकती, माया उन्होंने पर प्रभाव नहीं पा सकती, माया विच रह के वो निर्लेप रहते हैं। माया संसार के कारज जरूर शुरू करती है, सारे कारज सिरे चढ़ती है, पर माया अंदर वो गलतान नहीं होंदे। विख्या पो ना सके मिल साधु गुण गाहो, साधु तू भाव गुरु की शरण च आके मालिक दे गुण गाते हैं, चौकड़ा मार के रब की भगती करते हैं, प्रभु की सिफत सलाह करते हैं। जह ती उपजी तह मिली, फिर ये जिंद जिथों उपजी है, जिस परमात्मा तो पैदा हुए हाँ सी, उसे नाल वो मिलिया रहता है। भाई गुरदास जी बड़ा प्यारा बचन करते हैं, वो आखते हैं कि जिवें समुंदर दे विचों पानी दियां कुछ बूंदां जड़ियां ने वो भाप बन के आकाश दे गईयां, आकाश के बदल बने, फिर वो पानी की बूंद जमीन के उपर आई। जदों तक वो अपने असले दे नाल समुंदर दे नाल नहीं मिल जाती, वो बूंद सफर करती है। भावें वो वनस्पति पर जाके डिगे, भावें मारूथल पर्वतां के उपर जाके डिगे, उसका सफर बार बार बनया रहता है। पर जदों वो बूंद अपने असले नाल समुंदर नाल मिल जाती है, उसका सफर खत्म हो जाता है। इसे तरह मनुख का सफर भी उस वेले खत्म होएगा जदों वो अपने असले दे नाल मिल जाएगा, नहीं तो जम जम मरे फिर जमे, बहुत सजाए पे है दिस लम्मे। इसे नूं भटकना किया है बाणी ने। महाराज आखदे कि जह ते उपजी, जिथों ये जीव उपजिया है, जिथों जिंद आई है, तह मिली उसे दे च मिल जाती है। पर कदों सच्ची प्रीत समाहो, सच्ची प्रीत राही, जिन्हां दी प्रीत मालिक दे नाल परमात्मा दे नाल मिल गई है। कर गह लीनी पार ब्रह्म, पार ब्रह्म ने कर तू पाव होंदा हाथ, गह तू पाउंदा अपने वल, हाथ पकड़ के अपने वल कर लिया, चरना दे नाल जोड़ लिया।
ਬਹੁੜ ਨਾ ਵਿਛੁੜ ਆਓ। ਫਿਰ ਬਹੁੜ ਤੋਂ ਭਾਵ ਦੁਬਾਰਾ ਉਹ ਜਿੰਦ ਪਰਮਾਤਮਾ ਦੇ ਨਾਲੋਂ ਵਾਹਿਗੁਰੂ ਦੇ ਨਾਲੋਂ ਵਿਛੜਦਾ ਨਹੀਂ। ਬਾਹਰ ਜਾਉ ਲੱਖ ਬੇਰੀਆ, ਮੈਂ ਬਾਰਨੇ ਜਾਂਦਾ ਹਾਂ। ਸਤਿਗੁਰ ਆਖਦੇ ਨੇ ਮੈਂ ਕੁਰਬਾਨ ਜਾਂਦਾ ਹਾਂ। ਲੱਖ ਬੇਰੀਆ ਤੋਂ ਭਾਵ ਲੱਖਾਂ ਵੇਰੀ। ਹਰ ਸੱਜਣ ਅਗਮ ਅਗਾਹ, ਜਿਹੜਾ ਹਰੀ ਸੱਜਣ ਅਗਮ ਹੈ, ਅਪਹੁੰਚ ਹੈ, ਜਿਹਦਾ ਪਾਰਲਾ ਬੰਨਾ ਨਹੀਂ ਪਾਇਆ ਸਕਦਾ, ਉਸ ਮਾਲਕ ਨੂੰ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਪਰ ਆਖਦੇ ਨੇ ਕਿ ਮੇਰੇ ਮਾਲਕ ਦੇ ਅੰਦਰ ਇਹ ਗੁਣ ਨੇ, ਸ਼ਰਮ ਪਈ ਨਾਰਾਇਣ। ਨਾਰਾਇਣ ਤੋਂ ਪਾਉਂਦੇ ਪਰਮਾਤਮਾ ਦੀ ਸ਼ਰਨ ਪਿਆ ਹੋਇਆਂ ਦੀ ਉਹ ਮਾਲਕ ਆਪੇ ਸਾਰ ਕਰਦਾ ਹੈ। ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ। हे ਨਾਨਕ, ਉਸ ਮਾਲਕ ਦੇ ਦਰ ਦੇ ਉੱਪਰ ਪੈ, ਉਸ ਪ੍ਰਭੂ ਦੀ ਸ਼ਰਨ ਪੈ ਜੋ ਸ਼ਰਨ ਪਿਆ ਹੋਇਆਂ ਦੀ ਲਾਜ ਰੱਖਦਾ ਹੈ। ਇਸ ਲਈ ਇਹ ਅਰਦਾਸ ਕਰਕੇ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਹੇ। ਇਹ ਅਰਦਾਸ ਕਰ, ਇਹ ਅਰਦਾਸ ਕਰ ਮਾਲਕ ਦੇ ਚਰਨਾਂ ਦੇ ਵਿੱਚ ਕਿ ਮੇਲ ਲਿਹੋ ਦਿਆਲ ਢਹਿ ਪਏ ਦੁਆਰਿਆ। ਰੱਖ ਲਿਹੋ ਦੀਨ ਦਿਆਲ ਪ੍ਰਮਤ ਬੁਹਾਰਿਆ। ਅਰਦਾਸ ਕਰਕੇ ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀਓ। ਬੜੇ ਜਨਮਾਂ ਦੀ ਭਟਕਣਾ ਤੋਂ ਬਾਅਦ ਇਹ ਮਨੁੱਖੀ ਜਨਮ ਪ੍ਰਾਪਤ ਹੋਇਆ ਹੈ। ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀਓ। ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਕਿਉਂਕਿ ਰੱਬ ਦਾ ਸੁਭਾਵ ਹੈ ਉਹ ਸ਼ਰਨ ਪਿਆ ਹੋਇਆਂ ਦੀ ਲਾਜ ਰੱਖਦਾ ਹੈ। ਸ਼ਰਨ ਪਈ ਨਾਰਾਇਣ ਨਾਨਕ ਦਰ ਪਈਆ। ਪੋਖ ਸੁਹੰਦਾ, ਪੋਹ ਦਾ ਮਹੀਨਾ ਉਹਨਾਂ ਵਾਸਤੇ ਫਿਰ ਸੁਹੰਦਾ ਹੈ। ਸਰਬ ਸੁਖ, ਸਾਰੇ ਸੁਖ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਨੇ। ਜਿਸ ਬਖਸ਼ੇ ਵੇ ਪ੍ਰਵਾਹ, ਜਿਨ੍ਹਾਂ ਦੇ ਉੱਪਰ ਉਸ ਵੇ ਪ੍ਰਵਾਹ ਪ੍ਰਭੂ ਦੀ ਕਿਰਪਾ ਹੋ ਜਾਏ। ਕਿਉਂਕਿ ਰੱਬ ਨੂੰ ਕਿਸੇ ਦੀ ਮੁਹਤਾਜੀ ਨਹੀਂ ਹੈ। ਜੇ ਸਭ ਮਿਲ ਕੇ ਆਖਣ ਪਾਏ ਸੀ, ਸਾਰੇ ਆਖੀਏ ਕਿ ਵਾਹਿਗੁਰੂ ਵੱਡਾ ਹੈ, ਵੱਡਾ ਹੈ, ਉਹਨਾਂ ਵੱਡਾ ਨਹੀਂ ਹੋ ਜਾਏਗਾ। ਜੇ ਨਹੀਂ ਆਖਾਂਗੇ ਤੇ ਘਟ ਨਾ ਜਾਏ, ਉਹ ਘਟੇਗਾ ਨਹੀਂ। ਪਰ ਉਸ ਮਾਲਕ ਦੇ ਗੁਣ ਗਾਣ ਦੇ ਨਾਲ ਜੀਵ ਤੇਰਾ ਹੀ ਭਲਾ ਹੈ, ਜੇ ਤੂੰ ਉਸ ਮਾਲਕ ਦੇ ਨਾਮ ਨੂੰ ਆਖੇਂਗਾ। ਇਸ ਲਈ ਗੁਰਦੇਵ ਆਖਦੇ ਨੇ ਕਿ ਪੋਹ ਦਾ ਮਹੀਨਾ ਉਹਨਾਂ ਵਾਸਤੇ ਸੁਹੰਦਾ ਹੈ, ਸੋਹਣਾ ਹੈ। ਜਿਸ ਬਖਸ਼ੇ ਵੇ ਪ੍ਰਵਾਹ, ਜਿਸ ਦੇ ਉੱਪਰ ਵੇ ਪ੍ਰਵਾਹ ਪ੍ਰਭੂ ਦੀ ਕਿਰਪਾ ਹੋਈ, ਰਹਿਮਤ ਹੋਈ। ਸਤਿਗੁਰ ਕਿਰਪਾ ਕਰਨ, ਪਾਵਨ ਬਚਨ ਹਿਰਦੇ ਵਸ ਜਾਣ। ਬੋਲਦਿਆਂ ਬੇਅੰਤ ਭੁੱਲਾਂ ਗੁਰੂ ਸਮਰੱਥ ਹੈ, ਸੰਗਤ ਬਖਸ਼ਣ ਯੋਗ ਹੈ, ਬਖਸ਼ ਦੇਣਾ ਜੀ। ਆਖੋ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ